गुरु गरीब निवाज धन धन साहिब श्री गुरु ग्रंथ साहिब जी महाराज गुरु पातशाह जी का कोटान कोट धन्यवाद अलग शुक्र है जो साहिब जी के हुक्म अनुसार चार पहर रात्रि सुख प्रतीत हुई है। आया दिन चार पहर गुरु पानी प्रतीत होवे। गुरु चरना अरदास है अमृत वेले तो महापुरखों के स्थान ते नितनेम बाणियां दे पाठ उपरंत सरबत दे भले लई अरदास हुई है ਅਤੇ ਨਾਲ ਹੀ ਹੁਕਮਨਾਮੇ ਦੀ ਬਖਸ਼ਿਸ਼ ਜੋ ਨੀਮ ਅਨੁਸਾਰ ਪ੍ਰਾਪਤ ਹੁੰਦੀ ਹੈ। ਆਸੀਸ ਰੂਪ ਦੇ ਵਿੱਚ ਆਪ ਜੀ ਨੇ ਪ੍ਰਾਪਤ ਕਰਨਾ ਕੀਤੀ ਹੈ। ਗੁਰਮਤ ਵਿਚਾਰ ਦੇ ਸਮਝ ਪਾਉਣ ਲਈ ਬੀਬਾ ਜੀ ਹਾਜ਼ਰ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨਿਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। सूरा सो पहचानिए जो लरै दीन कै हेत। पुरजा पुरजा कट मरै कबहू ना छाडै खेत। जो तो प्रेम खेलन का चाओ सिर तर तली गली मेरी आओ। इत मार्ग पैर तरीजै सिर दीजै कान न कीजै। इत मार्ग पैर तरीजै सिर दीजै कान न कीजै। गुरु प्यारी गुरु सवारी गुरु की साजी निवाजी अत सत्कारयोग साध संगत जीओ। गुरु साहिब जी की अपार बख्शिश द्वारा आज दे जो पावन पवित्र हुक्म तिलंग राग दे अंदर शहीदां दे सिरताज पंजवें नानक धन धन साहिब श्री गुरु अर्जन देव जी महाराज जो सानू अज दे हुक्म दूजे घर दे विच गाउण दी हदायत करदे होए जीवन प्रेरणा रूप हुक्म बख्श रहे हन। उस दे विच सानू समझाया है कि हे दातार जीओ तुहाडे तो बिना दुनिया का कोई आसरा नहीं। तुसी जो कुछ करते हो वह हुंदा है। सारियां दे सिर दे उत्ते तुसी ही दाते खड़े हो ते सारियां नू आप जी दा ही आसरा है। सो गुरु साहिब किरपा करन इहो जे हुक्म दी जो जीवन जाच है वह सानू बख्श देण। आप ही विच विचर के अपनी बाणी दी विचार करवा लैन। विचार आरंभ करन तो पहला सारे ही असीस बख्शदे होए गुर फतेह प्रवान करो जी। वाहिगुरू जी का खालसा वाहिगुरू जी की फतेह।
ਤਿਲੰਗ ਘਰ ਦੂਜਾ ਮਹੱਲਾ ਪੰਜਵਾਂ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਨਾਨਕ ਨਾਮ ਦੀ ਮੋਹਰ ਲਗਾਉਂਦੇ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾ ਰਹੇ ਹਨ ਕਿ ਹੇ ਨਾਨਕ, ਹੇ ਭਾਈ, ਜਾਂ ਸਾਡਾ ਇਹ ਆਖਣਾ ਹੈ ਪੰਜਵੇਂ ਨਾਨਕ ਜੀ ਦਾ ਕਿ ਸਾਰਿਆਂ ਦੇ ਉੱਤੇ ਉਹ ਇੱਕ ਆਪ ਦਾਤਾ ਹੈ, ਸਭ ਉੱਪਰ ਪਾਰ ਬ੍ਰਹਮ ਦਾਤਾਰ। ਉਹ ਸਾਰਿਆਂ ਦੇ ਉੱਪਰ ਹੈ ਤੇ ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਆਖ ਰਹੇ ਹਨ, ਪਰਥਾਏ ਸਾਖੀ ਮਹਾਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਉਹਨਾਂ ਨੇ ਆਪਣੇ ਆਪ ਨੂੰ ਸੰਬੋਧਨ ਕੀਤਾ ਤੇ ਅਸੀਂ ਜਦੋਂ ਪੜ੍ਹਦੇ ਹਾਂ ਤੇ ਸਾਡੇ ਲਈ ਇਹ ਗੱਲ ਹੈ ਕਿ ਅਸੀਂ ਆਪਣੇ ਮਨ ਨੂੰ ਸਮਝਾਉਣਾ ਹੈ। ਇਹ ਨਹੀਂ ਕਿ ਮੈਂ ਆਖਾਂ ਕਿ ਤੁਸੀਂ ਕਰਨਾ ਹੈ, ਗੁਰੂ ਸਾਹਿਬ ਜੀ ਨੇ ਆਖਿਆ ਕਿ ਤੁਸੀਂ ਕਰਨਾ ਹੈ, ਨਹੀਂ। ਜੋ ਵੀ ਪੜ ਰਿਹਾ ਹੈ ਉਸਨੇ ਆਪਣੇ ਆਪ ਨੂੰ ਸਮਝਣਾ ਹੈ ਕਿ ਮੈਨੂੰ ਗੁਰੂ ਸਾਹਿਬ ਜੀ ਇਹ ਗੱਲ ਕਹਿ ਰਹੇ ਨੇ ਕਿ ਮੈਂ ਆਪਣੇ ਆਪ ਨੂੰ ਇਹ ਗੱਲ ਸਮਝਾਉਣੀ ਹੈ। ਸਦਾ ਸਦਾ ਜਪ ਨਾਨਕ ਏਕ, ਕਿ ਹੇ ਭਾਈ ਤੂੰ ਸਦਾ ਇੱਕ ਪਰਮਾਤਮਾ ਨੂੰ ਜਪਣਾ ਕਰ। ਤੇ ਪਹਿਲਾਂ ਅਰਦਾਸ ਕੀਤੀ ਕਿ ਤੁਧ ਬਿਨ ਦੂਜਾ ਨਾਹੀ ਕੋਏ, ਹੇ ਦਾਤਾਰ ਜੀਓ ਤੁਹਾਡੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਕਾਹਦੇ ਲਈ? ਤੂੰ ਕਰਤਾਰ, ਕਿ ਜੋ ਕੋਈ ਤੁਹਾਡੇ ਤੋਂ ਬਿਨਾਂ ਹੋਰ ਤੁਹਾਡੇ ਜਿੰਨੀ ਸਮਰੱਥਾ ਵਾਲਾ ਜੋ ਕੁਝ ਤੁਸੀਂ ਕਰ ਸਕਦੇ ਹੋ, ਉਹ ਕੁਝ ਕਰ ਸਕਣ ਵਾਲਾ ਦੂਜਾ ਤੁਹਾਡੇ ਵਰਗਾ ਕੋਈ ਨਹੀਂ। ਤੂੰ ਕਰਤਾਰ, ਤੂੰ ਕਰਨ ਵਾਲਾ ਹੈ, ਕਰੈ ਜੋ ਤੂੰ ਕਰਦਾ ਹੈ ਸੋ ਹੋਏ, ਉਹ ਹੁੰਦਾ ਹੈ। ਤੁਹਾਡੇ ਤੋਂ ਬਿਨਾਂ ਦੂਜਾ ਕੋਈ ਨਹੀਂ ਕਿ ਉਹ ਕੁਝ ਆਪਣੇ ਆਪ ਕਰ ਸਕੇ। ਕਹਿੰਦੇ ਜੋ ਤੁਸੀਂ ਕਰਦੇ ਹੋ ਉਹ ਹੀ ਹੁੰਦਾ ਹੈ। ਜੋ ਤੂੰ ਕਰੈ ਸੋਈ ਪਰਵਾਣ, ਹੇ ਦਾਤਾਰ ਜੀਓ ਜੋ ਤੁਸੀਂ ਕਰਦੇ ਹੋ ਉਹੀ ਸਾਨੂੰ ਜੀਵਾਂ ਨੂੰ ਪਰਵਾਨ ਹੈ। ਸੱਚੇ ਸਾਹਿਬ ਤੇਰਾ ਸੱਚ ਫੁਰਮਾਨ, ਹੈ ਸੱਚੇ ਸਾਹਿਬ ਤੇਰਾ ਜੋ ਫੁਰਮਾਨ ਹੁਕਮ ਹੈ, ਕਹਿੰਦੇ ਉਹ ਸਦਾ ਸੱਚ ਹੈ, ਕਾਇਮ ਰਹਿਣ ਵਾਲਾ ਹੈ। ਤੇਰਾ ਹੁਕਮ ਸਦਾ ਸੰਸਾਰ ਤੇ ਵਰਤਦਾ ਰਹਿਣਾ ਹੈ। ਤੇਰਾ ਹੁਕਮ ਕਦੇ ਵੀ ਖਤਮ ਨਹੀਂ ਹੋ ਸਕਦਾ, ਸਦਾ ਜੀਵਾਂ ਦੇ ਉੱਤੇ ਤੇਰਾ ਹੁਕਮ ਚੱਲਦਾ ਰਹੇਗਾ। ਸਾਰੇ ਜੀਵਾਂ ਨੇ ਤੇਰੇ ਹੁਕਮ ਦੇ ਅਧੀਨ ਰਹਿਣਾ ਹੈ। ਤੇਰਾ ਜੋਰ ਤੇਰੀ ਮਨ ਟੇਕ, ਹੇ ਦਾਤਾਰ ਜੀਓ ਤੇਰਾ ਹੀ ਜੀਵਾਂ ਨੂੰ ਜੋਰ ਹੈ, ਤੇਰਾ ਹੀ ਆਸਰਾ ਹੈ। ਤੇਰੇ ਨਾਮ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਤੇ ਤੇਰੇ ਬਲ ਦੇ ਸਦਕਾ ਜੋ ਜੀਵ ਹਨ ਉਹ ਜਿਉਂਦੇ ਹਨ। ਤੇ ਫਿਰ ਸਾਨੂੰ ਕੀ ਚਾਹੀਦਾ ਹੈ? ਸਦਾ ਸਦਾ ਜਪ ਨਾਨਕ ਏਕ, ਕਿ ਹੇ ਮੇਰੇ ਮਨ ਤੂੰ ਸਦਾ ਉਸ ਦਾਤੇ ਨੂੰ ਜਪਿਆ ਕਰ ਜਿੰਦੇ ਅੱਗੇ ਅਸੀਂ ਇਹ ਅਰਦਾਸ ਕਰਨੀ ਹੈ ਕਿ ਤੇਰੇ ਤੋਂ ਬਿਨਾ ਕੋਈ ਸਮਰੱਥ ਨਹੀਂ। ਸਭ ਉੱਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ। ਹੇ ਦਾਤਾਰ ਜੀਓ, ਦਾਤਾਰ ਨੂੰ ਸੰਬੋਧਨ ਕਰਦੇ ਹੋਏ ਆਖ ਰਹੇ ਹਨ ਕਿ ਤੁਸੀਂ ਸਾਰਿਆਂ ਦੇ ਉੱਪਰ, ਸਾਰਿਆਂ ਦੇ ਸਿਰ ਦੇ ਉੱਤੇ ਖੜੇ ਹੋ, ਸਾਰਿਆਂ ਤੋਂ ਕੰਮ ਕਰਵਾ ਰਹੇ ਹੋ। ਕੀਤਾ ਬਸਾਓ ਇੱਕੋ ਗਵਾਓ, ਸਭ ਕੁਝ ਆਪ ਜੀ ਦੇ ਫਰਮਾਨ ਦੇ ਅੰਦਰ, ਆਪ ਜੀ ਦੇ ਹੁਕਮ ਦੇ ਅੰਦਰ ਹੋ ਰਿਹਾ ਹੈ। ਹੈ ਤੂੰ ਹੈ,
तेरी टेक तेरा आधार, तेरी ही टेक है, तेरा ही आसरा है आधार। कि ਅਸੀਂ ਜੋ ਖਾਂਦੇ ਹਾਂ ਛਕਦੇ ਹਾਂ ਅਸੀਂ ਉਸ ਨੂੰ ਆਧਾਰ ਸਮਝਦੇ ਹਾਂ ਤੇ ਜੀਵਨ ਦੇ ਵਿੱਚ ਸਾਡੇ ਹੋਰ ਵੀ ਕਈ ਆਸਰੇ ਹਨ। ਅਰਦਾਸ ਦੇ ਵਿੱਚ ਅਸੀਂ ਗੁਰੂ ਸਾਹਿਬ ਜੀ ਤੋਂ ਆਸਰਾ ਮੰਗਦੇ ਹਾਂ ਹਰ ਰੋਜ਼। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਵਿਸਾਹ ਦਾਨ। ਵਿਸਾਹ ਦਾ ਅਰਥ ਹੈ ਆਸਰਾ। ਕਿ ਸੱਚੇ ਪਾਤਸ਼ਾਹ ਸਿੱਖਾਂ ਨੂੰ ਤੁਸੀਂ ਆਪਣਾ ਆਸਰਾ ਦਾਨ ਦੇਣਾ ਕਰੋ ਕਿ ਆਪ ਜੀ ਦੀ ਟੇਕ, ਆਪ ਜੀ ਦੇ ਆਸਰੇ ਤੋਂ ਬਿਨਾਂ ਜੋ ਸਿੱਖ ਹੈ ਆਪ ਜੀ ਦਾ, ਉਹ ਦੁਨੀਆ ਦੇ ਆਸਰੇ ਨਾ ਲੈਣ ਲੱਗ ਜਾਵੇ। ਆਪ ਜੀ ਦੇ ਸਿੱਖ ਨੂੰ ਇੱਕੋ ਤੇ ਇੱਕ ਸਿਰਫ ਤੇ ਸਿਰਫ ਆਪ ਜੀ ਦਾ ਆਸਰਾ ਹੋਵੇ। ਇਹ ਦੁਨੀਆ ਦੇ ਝੂਠੇ ਆਸਰਿਆਂ ਦੇ ਵਿੱਚ ਆਪਣਾ ਜੀਵਨ ਬਰਬਾਦ ਨਾ ਕਰ ਲਵੇ। ਸਿਰਫ ਤੇ ਸਿਰਫ ਆਪ ਜੀ ਦੇ ਕੋਲੋਂ ਹੀ ਆਸਰੇ ਦੀ ਉਮੀਦ ਰੱਖੇ। ਇਹ ਦੁਨੀਆ ਦੇ ਆਸਰਿਆਂ ਦੇ ਵਿੱਚ ਨਾ ਫਸ ਜਾਵੇ। ਇਸ ਲਈ ਅਰਦਾਸ ਸਿੱਖ ਕਰਦਾ ਹੈ ਕਿ ਵਿਸਾਹ ਦਾਨ ਵੀ ਮੈਨੂੰ ਦੇਣਾ ਕਰੋ, ਭਰੋਸਾ ਦਾਨ ਵੀ ਦੇਣਾ ਕਰੋ ਕਿ ਆਪ ਜੀ ਦੇ ਉੱਤੋਂ ਮੇਰਾ ਭਰੋਸਾ ਉੱਠ ਨਾ ਜਾਵੇ, ਮੈਂ ਦੁਨੀਆ ਦੇ ਭਰੋਸਿਆਂ ਦੇ ਵਿੱਚ ਫਸ ਨਾ ਜਾਵਾਂ। ਇਹ ਦਾਤ, ਇਹ ਦਾਨ ਸਵੇਰੇ ਸ਼ਾਮ ਸਿੱਖ ਨੇ ਮੰਗਣਾ ਹੈ। ਤੇਰੀ ਟੇਕ, ਤੇਰੀ ਹੀ ਟੇਕ, ਤੇਰਾ ਆਸਰਾ ਤੇ ਤੇਰਾ ਹੀ ਆਧਾਰ। ਕਿ ਅਸੀਂ ਖੁਰਾਕਾਂ ਹੋਰ ਆਸਰੇ ਸਮਝਦੇ ਹਾਂ ਕਿ ਅਸੀਂ ਇਸ ਆਸਰੇ ਜਿਉ ਰਹੇ ਹਾਂ, ਸਾਡੀ ਇਹ ਖੁਰਾਕ ਹੈ, ਸਾਡੇ ਜੀਵਨ ਦਾ ਆਧਾਰ ਹੈ। ਕਹਿੰਦੇ ਇੱਕੋ ਨਾਮ ਹੀ ਆਧਾਰ ਹੈ। ਤੂੰ ਹੈ, ਤੂੰ ਹੋਵਨਹਾਰ। ਹੇ ਦਾਤਾਰ, ਤੁਸੀਂ ਹੁਣ ਹੋ, ਹੈ, ਤੂੰ ਹੈ, ਤੂੰ ਹੀ ਹੈ ਤੇ ਤੂੰ ਹੀ ਹੋਣਹਾਰ ਹੈ। ਤੁਹਾਡੇ ਤੋਂ ਬਿਨਾਂ ਕੋਈ ਅਜਿਹਾ ਨਹੀਂ ਕਿ ਜਿਸ ਨੂੰ ਕਹਿ ਸਕੀਏ ਕਿ ਇਸ ਨੇ ਹੋਣਾ ਹੈ, ਸਦਾ ਰਹਿਣਾ ਹੈ, ਹੁਣ ਹੈ, ਅੱਗੇ ਵੀ ਹੋਵੇਗਾ। ਅਸੀਂ ਹੁਣ ਬੈਠੇ ਹਾਂ, ਅਗਲੇ ਪਲ ਹੋ ਸਕਦਾ ਨਾ ਹੋਈਏ, ਅਗਲੇ ਪਲ ਦਾ ਵੀ ਭਰੋਸਾ ਨਹੀਂ। ਜੋ ਵੀ ਦੁਨੀਆ ਦੇ ਵਿੱਚ ਚੀਜ਼ ਹੈ, ਕਹਿੰਦੇ ਜੋ ਵੀ ਦਿਖਾਈ ਦਿੰਦਾ ਹੈ ਉਹ ਨਾਸ਼ਵੰਤ ਹੈ ਤੇ ਪਲ ਭਰ ਦਾ ਭਰੋਸਾ ਨਹੀਂ ਕਿ ਅਗਲੇ ਪਲ ਕਿਸੇ ਵੀ ਦੁਨੀਆ ਦੀ ਚੀਜ਼ ਨੇ ਹੋਣਾ ਹੈ ਜਾਂ ਨਹੀਂ। ਪਰ ਉਹ ਜੋ ਦਾਤਾ ਹੈ, ਕੱਲ ਵੀ ਸੀ, ਅੱਜ ਵੀ ਹੈ ਤੇ ਆਉਣ ਵਾਲੇ ਕੱਲ ਦੇ ਵਿੱਚ ਵੀ ਰਹੇਗਾ। ਅਸੀਂ ਇਹ ਗੱਲ ਕੱਲ, ਅੱਜ ਤੇ ਕੱਲ, ਇਹ ਹਮੇਸ਼ਾ ਇਹ ਗੱਲ ਕਰਦੇ ਰਵਾਂਗੇ। ਤੂੰ ਹੋਵਨਹਾਰ, ਅਗਮ ਅਗਾਧ, ਊਚ ਅਪਾਰ। ਹੇ ਦਾਤਾਰ ਜੀਓ, ਤੁਸੀਂ ਅਗਮ ਹੋ, ਤੁਹਾਡੇ ਤੱਕ ਪਹੁੰਚਿਆ ਨਹੀਂ ਜਾ ਸਕਦਾ। ਤੁਸੀਂ ਅਗਾਧ ਬੋਧ ਹੋ, ਤੁਹਾਡੀ ਕੋਈ ਪਰਖ ਨਹੀਂ ਕਰ ਸਕਦਾ, ਕੋਈ ਤੁਹਾਡੇ ਤੱਕ ਪਹੁੰਚ ਨਹੀਂ ਸਕਦਾ ਕਿ ਕੋਈ ਕਵੇ ਕਿ ਅਸੀਂ ਦਾਤੇ ਦੇ ਬਾਰੇ ਇੰਨਾ ਜਾਣ ਲਿਆ। ਤੁਹਾਡੇ ਬਾਰੇ ਪੂਰੀ ਤਰ੍ਹਾਂ ਦੇ ਨਾਲ ਬੋਧ ਪਾਉਣਾ, ਸਮਝ ਪਾਉਣਾ ਕਿ ਇਹ ਦਾਤਾ ਕਿੱਡਾ ਕੁ ਵੱਡਾ ਹੈ। ਤੁਸੀਂ ਅਗਾਧ ਬੋਧ ਹੋ, ਤੁਹਾਨੂੰ ਕੋਈ ਨਹੀਂ ਸਮਝ ਸਕਦਾ। ਊਚ ਅਪਾਰ, ਤੁਸੀਂ ਬੇਅੰਤ ਹੋ, ਬਹੁਤ ਹੀ ਉੱਚੇ ਹੋ। ਜੋ ਤੁਧ ਸੇਵੈ ਤਿਨ ਭਉ ਦੁੱਖ ਨਾਹੀਂ। ਜੋ ਤੁਹਾਨੂੰ ਸਿਮਰਦੇ ਹਨ ਉਹਨਾਂ ਨੂੰ ਕੋਈ ਵੀ ਜੀਵਨ ਦੇ ਵਿੱਚ ਭਉ ਨਹੀਂ ਤੇ ਨਾ ਹੀ ਦੁੱਖ ਹੈ। ਗੁਰ ਪ੍ਰਸਾਦ ਨਾਨਕ ਗੁਣ ਗਾਹੀ। ਤੇ ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਜੋ ਜੀਵ ਹਨ, ਨਾਨਕ ਇੱਥੇ ਫਿਰ ਨਾਨਕ ਨਾਮ ਦੀ ਮੋਹਰ ਲਗਾਈ, ਨਾਨਕ ਗੁਣ ਗਾਹੇ। ਵੀ ਸਾਡਾ ਤਾਂ ਇਹ ਆਖਣਾ ਹੈ ਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਜੀ ਤੁਹਾਡੇ ਗੁਣ ਗਾਏ ਜਾ ਸਕਦੇ ਹਨ। ਤੇ ਜੋ ਉਹ ਕਰਦੇ ਹਨ, ਜੋ ਉਸ ਨੂੰ ਸਿਮਰਦੇ ਹਨ, ਕਹਿੰਦੇ ਉਹਨਾਂ ਨੂੰ ਭਉ ਦੁੱਖ ਨਾਹੀਂ। ਜਿਨ੍ਹਾਂ ਦਾ ਅਸੀਂ ਅੱਜ ਜਨਮ ਦਿਹਾੜਾ ਬਾਬਾ ਦੀਪ ਸਿੰਘ ਜੀ ਮਹਾਰਾਜ, ਜਿਨ੍ਹਾਂ ਨੂੰ ਜਿੰਦਾ ਸ਼ਹੀਦ ਵੀ ਸਿੱਖ ਧਰਮ ਦੇ ਵਿੱਚ ਖਿਤਾਬ ਦਿੱਤਾ ਗਿਆ। ਕੌਣ ਹੈ ਜੋ ਸਿਰ ਨੂੰ ਤਲੀ ਦੇ ਉੱਤੇ ਧਰ ਕੇ ਲੜ ਸਕੇ?
ਇਹ ਗੁਰੂ ਦੇ ਦਰ ਦੇ ਉੱਤੋਂ ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਗੁਰੂ ਦੀ ਕਿਰਪਾ ਦੇ ਨਾਲ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਜੇ ਉਹ ਪ੍ਰਭੂ ਨੂੰ ਚੰਗਾ ਲੱਗੇ ਪਰਮਾਤਮਾ ਜੀ ਨੂੰ, ਤੇ ਉਹ ਮਨੁੱਖ ਨੂੰ ਸਾਹ ਤੋਂ ਬਿਨਾਂ ਰੱਖ ਸਕਦਾ ਹੈ। ਇਸ ਦੇ ਉੱਤੇ ਭਰੋਸਾ ਕਰ ਲਈਏ ਕਿ ਉਹ ਕਰ ਸਕਦਾ ਹੈ। ਇਸ ਦੇ ਉੱਤੇ ਭਰੋਸਾ ਕਰ ਲਈਏ ਕਿ ਜੇ ਉਸਨੇ ਤੰਬੂ ਦੇ ਵਿੱਚ ਸਿੰਘਾਂ ਨੂੰ ਕਿਹਾ ਕਿ ਮੈਨੂੰ ਸੀਸ ਚਾਹੀਦਾ ਹੈ, ਤੇ ਉਹਨੇ ਸੀਸ ਲਿੱਤਾ। ਅਕਲ ਕੋ ਦੀਨ ਪੇ ਕਹਿੰਦੇ ਹਾਕਿਮ ਮਤ ਕਰ, ਵੀ ਅਕਲ ਨੂੰ ਦੀਨ ਦੇ ਉੱਤੇ, ਧਰਮ ਦੇ ਉੱਤੇ ਕਹਿੰਦੇ ਆਪਣਾ ਕਬਜ਼ਾ ਨਾ ਕਰਵਾ ਕੇ ਤੂੰ ਬਹੁਤ ਅਕਲਵਾਨ ਹੈ। ਕਹਿੰਦੇ ਧਰਮ ਦੇ ਉੱਤੇ ਅਕਲ ਨਹੀਂ ਚੱਲਦੀ, ਧਰਮ ਤੇ ਅਕਲ ਇਕੱਠੇ ਨਹੀਂ ਹੋ ਸਕਦੇ, ਆਪਣੀ ਅਕਲ ਪਾਸੇ ਰੱਖਣੀ ਪੈਂਦੀ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਗੱਲ ਆਖੀ ਤੇ ਸਿਰ ਤਲੀ ਦੇ ਉੱਤੇ ਧਰ ਕੇ ਵੀ ਵਿਖਾਇਆ ਗੁਰੂ ਸਾਹਿਬ ਜੀ ਨੇ ਪ੍ਰਤੱਖ। ਜੋ ਗੱਲ ਗੁਰਬਾਣੀ ਦੇ ਵਿੱਚ ਕਹੀ, ਉਸ ਨੂੰ ਪ੍ਰੈਕਟੀਕਲ ਕਰਕੇ ਵੀ ਗੁਰੂ ਸਾਹਿਬ ਜੀ ਨੇ ਦਿਖਾਇਆ ਸਿੱਖਾਂ ਨੂੰ ਕਿ ਸਿੱਖ ਬਾਣੀ ਦੇ ਉੱਤੇ ਪੂਰਨ ਭਰੋਸਾ ਰੱਖ ਸਕੇ। ਲੋੜ ਹੈ ਪੂਰਨ ਭਰੋਸੇ ਦੀ। ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦੇ ਪਿਤਾ ਭਾਈ ਭਗਤਾ ਜੀ ਤੇ ਮਾਤਾ ਜਿਉਣੀ ਜੀ, 1682 ਦੇ ਵਿੱਚ ਬਾਬਾ ਜੀ ਦਾ ਜਨਮ ਹੋਇਆ। 1699 ਦੀ ਜਦੋਂ ਵਿਸਾਖੀ ਆਈ ਤੇ ਉਦੋਂ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ ਨਹੀਂ ਸਨ। ਹਾਲਾਂਕਿ ਛੋਟੇ ਹੁੰਦੇ ਅਨੰਦਪੁਰ ਸਾਹਿਬ ਰਹੇ ਸਨ। ਤੇ 1700 ਦੇ ਵਿੱਚ ਪਹੂਵਿੰਡ, ਜਿੱਥੇ ਆਪ ਜੀ ਦਾ ਜਨਮ ਹੋਇਆ, ਕਹਿੰਦੇ ਪਹੂਵਿੰਡ ਦਾ ਸਾਰਾ ਨਗਰ ਹੀ 1700 ਦੀ ਵਿਸਾਖੀ ਦੇ ਵਿੱਚ, ਕਹਿੰਦੇ 1700 ਦੀ ਵਿਸਾਖੀ ਦੇ ਵਿੱਚ ਸਾਰਾ ਪਿੰਡ ਉਹਨਾਂ ਦਾ ਅਨੰਦਪੁਰ ਸਾਹਿਬ ਗਿਆ ਤੇ ਸਾਰੇ ਪਿੰਡ ਨੇ ਇਕੱਠੇ ਨਹੀਂ ਅੰਮ੍ਰਿਤ ਛਕਿਆ। ਸਾਰਾ ਪਿੰਡ ਟੋਟਲ ਅੰਮ੍ਰਿਤਧਾਰੀ ਹੋਇਆ ਤੇ ਸਾਰੇ ਸਿੰਘ ਬਣੇ। ਸਾਰੇ ਪਿੰਡ ਦੇ ਵਿੱਚ ਉੱਥੋਂ ਦੀਆਂ ਬੀਬੀਆਂ ਵੀ ਸਨ, ਮਾਈਆਂ ਵੀ ਸਨ, ਸਾਰੇ ਬਜ਼ੁਰਗ ਵੀ ਸਨ। ਤੇ 1700 ਦੇ ਵਿੱਚ ਜਦੋਂ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤ ਛਕਿਆ, ਤੇ ਆਖਿਆ ਜਾਂਦਾ ਕਿ ਉਸ ਤੋਂ ਪਹਿਲਾਂ ਜਦੋਂ ਛੋਟੇ ਹੁੰਦੇ ਉੱਥੇ ਰਹਿੰਦੇ ਸਨ ਤਾਂ ਉਹਨਾਂ ਨੂੰ ਦੀਪਾ ਦੀਪਾ ਕਰਕੇ ਦੀਪਾ ਨਾਮ ਦੇ ਨਾਲ ਜਾਣਿਆ ਜਾਂਦਾ ਸੀ, ਕਿਉਂਕਿ ਬੱਚਿਆਂ ਨੂੰ ਅਸੀਂ ਅਕਸਰ ਏਦਾਂ ਦੇ ਨਾਵਾਂ ਦੇ ਨਾਲ ਬੁਲਾਉਂਦੇ ਹਾਂ। ਤੇ ਉਹ ਅੰਮ੍ਰਿਤ ਛਕਣ ਤੋਂ ਬਾਅਦ ਦੀਪ ਸਿੰਘ ਤੇ ਬਾਅਦ ਦੇ ਵਿੱਚ ਬਾਬਾ ਦੀਪ ਸਿੰਘ ਤੇ ਫਿਰ ਸ਼ਹੀਦ ਬਾਬਾ ਦੀਪ ਸਿੰਘ, ਇਹਨਾਂ ਨਾਵਾਂ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਹੈ। ਤੇ ਬਾਬਾ ਦੀਪ ਸਿੰਘ ਜੀ ਜਦੋਂ ਅਹਿਮਦ ਸ਼ਾਹ ਦੁਰਾਨੀ ਨੇ ਹਮਲਾ ਕੀਤਾ ਭਾਰਤ ਦੇ ਉੱਤੇ, ਤਾਂ ਲਾਹੌਰ ਦੇ ਵਿੱਚ ਕਹਿੰਦੇ ਇਸਨੇ ਬਹੁਤ ਧਾਰਮਿਕ ਅਸਥਾਨਾਂ ਦੀ ਬੇਅਦਬੀ ਕੀਤੀ। ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਗਾਈ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ। ਜਦੋਂ ਦਮਦਮਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਠਹਿਰੇ ਤਾਂ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਗਾਈ ਕਿ ਤੁਸੀਂ ਇੱਥੇ ਸਿੱਖੀ ਦਾ ਪ੍ਰਚਾਰ ਕਰਨਾ ਹੈ, ਬਾਣੀ ਦੇ ਉਤਾਰੇ ਕਰਨੇ ਹਨ, ਪੋਥੀਆਂ ਲਿਖਣੀਆਂ ਹਨ। ਤਾਂ ਬਾਬਾ ਦੀਪ ਸਿੰਘ ਜੀ ਨੇ ਉਹ ਸੇਵਾਵਾਂ ਕੀਤੀਆਂ। ਉੱਥੇ ਸੇਵਾਵਾਂ ਕਰ ਰਹੇ ਸਨ ਉਦੋਂ ਤੋਂ। ਤੇ ਜਦੋਂ ਅਹਿਮਦ ਸ਼ਾਹ ਦੁਰਾਨੀ ਦੇ ਹਮਲੇ ਦੀ ਖਬਰ ਬਾਬਾ ਦੀਪ ਸਿੰਘ ਜੀ ਨੂੰ ਮਿਲੀ ਕਿ ਅਹਿਮਦ ਸ਼ਾਹ ਦੁਰਾਨੀ ਨੇ ਲਾਹੌਰ ਦੇ ਵਿੱਚ ਹਮਲਾ ਕੀਤਾ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਹੁੰਚ ਚੁੱਕਿਆ ਹੈ ਤੇ ਉਸਨੇ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਪੂਰ ਦਿੱਤਾ ਹੈ, ਤਾਂ ਹੁਣ ਬਾਬਾ ਦੀਪ ਸਿੰਘ ਜੀ ਨੇ ਆਪਣੇ ਸਿੰਘਾਂ ਨੂੰ ਇਕੱਠੇ ਕੀਤਾ, ਸੁਨੇਹੇ ਭੇਜੇ ਕਿ ਜੋ ਵੀ ਅਹਿਮਦ ਸ਼ਾਹ ਦੁਰਾਨੀ ਨੂੰ ਭਜਾਉਣਾ ਚਾਹੁੰਦਾ ਹੈ, ਜਿਸ ਦੇ ਦਿਲ ਦੇ ਵਿੱਚ ਸਿੱਖੀ ਦਾ ਦਰਦ ਹੈ, ਉਹ ਸਿੱਖ ਫੌਜ ਦੇ ਵਿੱਚ ਸ਼ਾਮਿਲ ਹੋਵੇ। ਤੇ ਇਹ ਸ਼ਹੀਦ ਮਿਸਲ ਦੇ ਜੋ ਮੋਢੀ ਸਨ 12 ਮਿਸਲ ਦੇ ਵਿੱਚੋਂ, ਤੇ ਸ਼ਹੀਦ ਮਿਸਲ ਦੇ ਵਿੱਚ ਹੁਣ ਜੋ ਵੀ ਇਹਨਾਂ ਦੀ ਫੌਜ ਦੇ ਵਿੱਚ ਸਿੰਘ ਸਨ, ਸਾਰੇ ਸਿੰਘਾਂ ਨੂੰ ਲੈ ਕੇ ਇਹ ਅੰਮ੍ਰਿਤਸਰ ਵੱਲ ਚੱਲ ਪਏ ਦਮਦਮਾ ਸਾਹਿਬ ਤੋਂ। ਤਰਨਤਾਰਨ ਸਾਹਿਬ ਦੇ ਜਦੋਂ ਪਹੁੰਚੇ ਨਗਰ ਦੇ ਵਿੱਚ ਤੇ ਉੱਥੇ ਜਾ ਕੇ ਅਰਦਾਸ ਕੀਤੀ ਤੇ ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚੀ ਕਿ ਇਸ ਲਕੀਰ ਤੋਂ ਅੱਗੇ, ਕਿਉਂਕਿ ਹੁਣ ਮੁਸਲਮਾਨਾਂ ਦਾ ਇਲਾਕਾ ਜਿੱਧਰ ਮੁਸਲਮਾਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਸ਼ੁਰੂ ਹੋ ਗਿਆ ਇਲਾਕਾ, ਤੇ ਇਸ ਲਕੀਰ ਤੋਂ ਪਾਰ ਉਹ ਸਿੰਘ ਜਾਵੇ ਜਿਹੜਾ ਸ਼ਹੀਦੀ ਪਾਉਣਾ ਚਾਹੁੰਦਾ ਹੈ। ਪਤਾ ਹੈ ਕਿ ਦੁਸ਼ਮਣ ਦੇ ਨਾਲ ਲੜਾਈ ਕਰਨੀ ਹੈ ਤੇ ਸ਼ਹੀਦੀ
ਪੈ ਸਕਦੀ ਹੈ, ਸ਼ਹੀਦ ਹੋ ਸਕਦਾ ਹੈ ਮਨੁੱਖ। ਜ਼ਰੂਰੀ ਨਹੀਂ ਕਿ ਅਸੀਂ ਮਾਰ ਕੇ ਤੇ ਵਾਪਸ ਆਵਾਂਗੇ। ਤਾਂ ਫਿਰ ਸਾਰੇ ਸਿੰਘਾਂ ਨੇ ਕਹਿੰਦੇ ਉਹ ਲਕੀਰ ਪਾਰ ਕਰ ਲਈ। ਤੇ ਤਰਨਤਾਰਨ ਸਾਹਿਬ ਤੋਂ ਬਾਅਦ ਕਹਿੰਦੇ ਗੋਲਵੜ ਦੇ ਸਥਾਨ ਤੇ ਉੱਥੇ ਜਾ ਕੇ ਬਾਬਾ ਜੀ ਨੇ ਲਲਕਾਰ ਮਾਰੀ ਮੁਗਲ ਸੈਨਾ ਨੂੰ ਕਿ ਅਸੀਂ ਤੁਹਾਡੇ ਨਾਲ ਮੁਕਾਬਲਾ ਕਰਾਂਗੇ, ਤੁਸੀਂ ਸਾਡੇ ਗੁਰੂ ਧਾਮਾਂ ਦੀ ਬੇਅਦਬੀ ਕੀਤੀ ਹੈ। ਤਾਂ ਹੁਣ ਉਹ ਜੋ ਜਹਾਨ ਖਾਨ ਚੜ੍ਹਾਈ ਕਰਕੇ ਆਇਆ ਸੀ, ਜਹਾਨ ਖਾਨ ਆਪਣੀ ਆਕੜ ਦੇ ਵਿੱਚ ਸੀ, ਪਰ ਜਦੋਂ ਸਿੰਘਾਂ ਨੇ ਹਮਲਾ ਕੀਤਾ ਤੇ ਇਹ ਜਹਾਨ ਖਾਨ ਵਾਪਸ ਭੱਜ ਨਿਕਲਿਆ। ਤੇ ਜਦੋਂ ਵਾਪਸ ਭੱਜ ਨਿਕਲਿਆ ਤੇ ਇਧਰੋਂ ਇਸਨੇ ਇੱਕ ਮੁਗਲ ਸੈਨਿਕ ਤੋਂ ਸਹਾਇਤਾ ਮੰਗੀ ਸੀ ਜਿਸ ਦਾ ਨਾਮ ਅਤਾਈ ਖਾਨ ਸੀ। ਇਹ ਅਤਾਈ ਖਾਨ ਹੁਣ ਆਪਣੀ ਬਹੁਤ ਸਾਰੀ ਫੌਜ ਲੈ ਕੇ ਆ ਗਿਆ ਤੇ ਸਿੰਘਾਂ ਦਾ ਵੀ ਨੁਕਸਾਨ ਹੋਣ ਲੱਗ ਗਿਆ। ਜਿੱਥੇ ਜਹਾਨ ਖਾਨ ਨੂੰ ਭਜਾ ਚੁੱਕੇ ਸਨ, ਸਾਰੀ ਫੌਜ ਨੂੰ ਪਿੱਛੇ ਮੋੜ ਚੁੱਕੇ ਸਨ, ਹੁਣ ਵਾਪਸ ਸਿੰਘਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਤੇ ਲੜਾਈ ਬਹੁਤ ਤੇਜ਼ ਚੱਲ ਰਹੀ ਸੀ। ਤੇ ਬਾਬਾ ਦੀਪ ਸਿੰਘ ਜੀ ਦਾ ਜੰਗ ਚੱਲ ਰਿਹਾ ਸੀ, ਹੱਥੋਂ ਪਾਈ ਹੱਥ ਦੇ ਨਾਲ ਤਲਵਾਰਾਂ ਦੇ ਨਾਲ ਲੜੇ ਸਨ ਤੇ ਅਮਾਨ ਖਾਨ ਦੇ ਨਾਲ ਬਾਬਾ ਦੀਪ ਸਿੰਘ ਜੀ ਦਾ ਜੰਗ ਹੋ ਰਿਹਾ ਸੀ। ਤੇ ਬਾਬਾ ਦੀਪ ਸਿੰਘ ਜੀ ਜੋ ਚਾਟੀਵਿੰਡ ਅਸਥਾਨ, ਜੋ ਚਾਟੀਵਿੰਡ ਗੇਟ ਬਣਿਆ ਹੋਇਆ ਦਰਵਾਜ਼ਾ, ਉੱਥੇ ਕੋਈ ਕਹਿੰਦੇ ਕਿ ਅਮਾਨ ਖਾਨ ਦੇ ਨਾਲ ਜਦੋਂ ਜੰਗ ਹੋ ਰਹੀ ਸੀ ਤੇ ਇੱਕੋ ਵਾਰ ਹੋਇਆ, ਉਧਰੋਂ ਅਮਾਨ ਖਾਨ ਨੇ ਹਮਲਾ ਕੀਤਾ ਤੇ ਇਧਰੋਂ ਬਾਬਾ ਦੀਪ ਸਿੰਘ ਜੀ ਨੇ ਇੱਕੋ ਵਾਰ ਦੇ ਵਿੱਚ ਦੋਨਾਂ ਦੇ ਸਿਰ ਉਤਰ ਗਏ। ਅਮਾਨ ਖਾਨ ਦਾ ਸਿਰ ਵੀ ਲੱਥਿਆ ਤੇ ਬਾਬਾ ਦੀਪ ਸਿੰਘ ਜੀ ਦਾ ਵੀ। ਅਮਾਨ ਖਾਨ ਤਾਂ ਉੱਥੇ ਹੀ ਸ਼ਹੀਦ ਹੋ ਗਿਆ ਕਹਿ ਸਕਦੇ ਹਾਂ, ਕਿਉਂਕਿ ਸੂਰਮਤਾਈ ਨਾਲ ਜੋ ਲੜਦਾ ਹੈ ਆਪਣੇ ਧਰਮ ਦੇ ਵਿੱਚ ਉਹਨੂੰ ਸ਼ਹੀਦ ਹੀ ਆਖਿਆ ਜਾਂਦਾ ਹੈ। ਤੇ ਸੂਰਮਿਆਂ ਦਾ ਸਿੱਖ ਕੌਮ ਸਦਾ ਸਤਿਕਾਰ ਕਰਦੀ ਹੈ, ਕੋਈ ਬੇਅਦਬੀ ਨਹੀਂ ਕਰਦੀ। ਗੁਰੂ ਸਾਹਿਬ ਜੀ ਦੇ ਤੀਰਾਂ ਤੇ ਸੋਨੇ ਲੱਗੇ ਹੁੰਦੇ ਸਨ ਕਿ ਉਹਨਾਂ ਦਾ ਸੰਸਕਾਰ ਹੋ ਸਕੇ। ਸੋ ਹੁਣ ਬਾਬਾ ਦੀਪ ਸਿੰਘ ਜੀ, ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ, ਜੋ ਉਹਨਾਂ ਦੀ ਆਤਮਾ ਨੇ ਜਗਾਇਆ ਕਿ ਅਸੀਂ ਅਰਦਾਸ ਜਦੋਂ ਕੀਤੀ ਸੀ, ਅਰਦਾਸ ਦੇ ਵਿੱਚ ਆਖਿਆ ਸੀ ਕਿ ਮੇਰਾ ਜੋ ਸੀਸ ਹੈ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਭੇਟ ਕਰਾਂਗਾ, ਉਸ ਤੋਂ ਪਹਿਲਾਂ ਮੈਨੂੰ ਮੌਤ ਨਾ ਆਵੇ। ਹੁਣ ਜਦੋਂ ਇਹ ਗੱਲ ਯਾਦ ਆਈ ਸਿਰ ਲੱਥਣ ਤੋਂ ਬਾਅਦ, ਤੇ ਖੜੇ ਹੋਏ 18 ਸ਼ੇਰ ਦਾ ਖੰਡਾ ਹੈ। ਕੱਲ ਇੱਕ ਫੋਟੋ ਦੇਖੀ ਫੇਸਬੁੱਕ ਤੇ ਕਹਿੰਦੇ ਕਿ ਨਾ 18 ਸ਼ੇਰ ਦਾ ਅੰਮ੍ਰਿਤਸਰ ਦੇ ਵਿੱਚ ਨਗਰ ਕੀਰਤਨ ਕੱਢਿਆ ਗਿਆ ਇਹਨਾਂ ਦਿਨਾਂ ਦੇ ਵਿੱਚ, ਕੱਲ ਪਰਸੋਂ। ਤੇ 18 ਸ਼ੇਰ ਦਾ ਜੋ ਤਲਵਾਰ ਸਿੰਘਾਂ ਨੇ ਸ੍ਰੀ ਸਾਹਿਬ ਕੇ ਤੇ ਤਿਆਰ ਕੀਤੀ ਤੇ 2 ਸਿੰਘ ਫੜ ਕੇ ਜਾ ਰਹੇ ਆ, ਇੱਕ ਹੱਥ ਦੇ ਨਾਲ ਜਾਂ 2 ਹੱਥਾਂ ਦੇ ਨਾਲ ਇੱਕ ਸਿੰਘ ਤੋਂ ਨਹੀਂ ਚੱਕੀ ਜਾ ਰਹੀ, ਨੌਜਵਾਨ ਮੁੰਡਿਆਂ ਤੋਂ 18-20 ਸਾਲ ਦੇ, ਤੇ 2 ਜਣਿਆਂ ਨੇ ਉਸ ਨੂੰ ਚੱਕਿਆ ਹੋਇਆ ਸੀਗਾ। ਤੇ ਬਾਬਾ ਜੀ ਦੇ ਕੋਲ ਬਜ਼ੁਰਗ ਉਮਰ ਦੇ ਵਿੱਚ 80 ਸਾਲ ਦੀ ਉਮਰ ਦੇ ਵਿੱਚ 18 ਸ਼ੇਰ ਦਾ ਖੰਡਾ, 2 ਧਾਰੀ ਖੰਡਾ ਉਸ ਵੇਲੇ ਸੀਗਾ। ਤੇ ਬਾਬਾ ਜੀ ਨੇ ਆਪਣਾ ਸੀਸ ਸੰਭਾਲਿਆ, ਪਹਿਲਾਂ ਇੱਕ ਤਲੀ ਦੇ ਉੱਤੇ ਸੀਸ ਨੂੰ ਟਿਕਾਇਆ ਤੇ ਦੂਜੇ ਹੱਥ ਦੇ ਨਾਲ ਆਪਣਾ ਜੋ 2 ਧਾਰੀ ਖੰਡਾ ਸੀ 18 ਸ਼ੇਰ ਦਾ, ਉਸ ਨੂੰ ਚੱਕਿਆ ਤੇ ਫਿਰ ਦੁਸ਼ਮਣਾਂ ਨੂੰ ਮਾਰਨ ਲੱਗ ਪਏ। ਦੁਸ਼ਮਣ ਜੋ ਸਨ ਮੁਗਲ ਹੈਰਾਨ ਹੋ ਗਏ ਦੇਖ ਕੇ, ਭਾਜੜ ਪੈ ਗਈ ਕਿ ਇੱਥੇ ਤਾਂ ਸਿੰਘ ਬਿਨਾਂ ਸਿਰਾਂ ਤੋਂ ਹੀ ਲੜਦੇ ਆ, ਸਿਰ ਕੱਟਿਆ ਗਿਆ ਤਾਂ ਵੀ ਲੜ ਰਹੇ ਆ। ਅੱਧੇ ਤਾਂ ਏਦਾਂ ਦੇਖ ਕੇ ਭੱਜ ਲਏ ਤੇ ਬਾਕੀ ਸਿੰਘਾਂ ਜੋ ਬਾਬਾ ਦੀਪ ਸਿੰਘ ਜੀ ਸਨ ਤੇ ਨਾਲ ਦੇ ਸਿੰਘ ਸਨ, ਉਹ ਬਾਕੀਆਂ ਨੂੰ ਮਾਰ ਰਹੇ ਸਨ, ਜਿਹੜਾ ਵੀ ਨੇੜੇ ਆਉਂਦਾ ਸੀ ਉਹਦੇ ਤੇ ਹਮਲਾ ਕਰਦੇ ਸਨ। ਸੋ ਇਸ ਤਰੀਕੇ ਦੇ ਨਾਲ ਬਾਬਾ ਜੀ ਹਰਿਮੰਦਰ ਸਾਹਿਬ ਦੇ ਅੰਦਰ ਪਹੁੰਚੇ ਤੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜਾ ਕੇ ਉੱਥੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਤੇ ਜੋ ਕਿਉਂਕਿ ਉਹਨਾਂ ਦੇ ਜੋ ਸੈਨਿਕ ਸਨ, ਮੁਖੀ ਸਨ, ਉਹਨਾਂ ਨੂੰ ਉਹ ਮਾਰ ਚੁੱਕੇ ਸਨ ਤੇ ਜੋ ਬਾਕੀ ਫੌਜ ਹੈ ਉਹ ਪਿੱਛੇ ਨੂੰ ਮੁੜ ਜਾਂਦੀ ਹੈ ਜਦੋਂ ਉਹਨਾਂ ਦਾ ਜਥੇਦਾਰ ਮਾਰਿਆ ਜਾਵੇ ਤਾਂ। ਪਰ ਇੱਧਰ ਸੂਰਮਤਾਈ ਸਿੰਘਾਂ ਦੀ ਇੰਨੀ ਸੀ ਕਿ ਜਥੇਦਾਰ ਜੀ ਜੇ ਸ਼ਹੀਦ ਵੀ ਹੋ ਗਏ ਤਾਂ ਸਿੰਘ ਪਿੱਛੇ ਨਹੀਂ ਸਨ ਹਟਦੇ। ਗੁਰੂ ਗੋਬਿੰਦ ਸਿੰਘ ਜੀ ਨੂੰ ਆਪ ਤੋਰਿਆ ਸੀ ਤੇ ਕਿਵੇਂ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਹਨ ਸਾਰੇ ਅਸੀਂ ਜਾਣਦੇ ਹਾਂ। ਸੋ ਮੁਗਲਾਂ ਨੂੰ ਭਜਾ ਕੇ ਹਰਿਮੰਦਰ ਸਾਹਿਬ ਦੇ ਉੱਪਰ ਸਿੰਘਾਂ ਨੇ ਕਬਜ਼ਾ ਕੀਤਾ। ਬਾਬਾ ਜੀ ਨੇ ਉੱਥੇ ਜਾ ਕੇ ਆਪਣਾ ਸੀਸ ਭੇਟ ਕੀਤਾ। ਸੋ ਉਹ ਜੰਗ ਜੋ ਅਹਿਮਦ ਸ਼ਾਹ ਦੁਰਾਨੀ ਨੇ ਛੇੜੀ ਸੀ ਸਿੰਘਾਂ ਦੇ ਨਾਲ, ਉਸ ਨੂੰ ਫਤਿਹ ਕੀਤਾ ਬਾਬਾ ਦੀਪ ਸਿੰਘ ਜੀ ਨੇ
ਤੇ ਅੱਜ ਦੇ ਦਿਨ ਉਹਨਾਂ ਦਾ ਪਾਵਨ ਜਨਮ ਦਿਹਾੜਾ कि जो है तू होवनहार अगम अगाध ऊंच अपार जो तुद सेवै तिन भो दुख नाही। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਲੱਗਦਾ। ਉਹ 1.25 ਲੱਖ ਨਾਲ ਇਕੱਲੇ ਲੜ ਸਕਦੇ ਹਨ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੋ ਨਹੀਂ, ਦੁੱਖ ਨਹੀਂ ਕਿ ਮੌਤ ਆ ਜਾਏਗੀ, ਮੌਤ ਦਾ ਡਰ ਨਹੀਂ, ਜ਼ਖਮਾਂ ਦੀ ਤਕਲੀਫ ਨਹੀਂ, ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ, ਕਿਉਂਕਿ ਉਹ ਗੁਰੂ ਦੀ ਕਿਰਪਾ ਦੇ ਨਾਲ ਗੁਰਪ੍ਰਸਾਦ ਨਾਨਕ ਗੁਣ ਗਾਹੇ, ਉਹ ਗੁਣ ਗਾ ਗਾ ਕੇ ਉਸ ਗੁਣੀ ਵਰਗੇ ਹੋ ਗਏ ਹਨ। ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ। ਹੇ ਦਾਤਾਰ ਜੀਓ, ਜੋ ਵੀ ਦਿਖਦਾ ਹੈ ਉਹਨਾਂ ਨੂੰ ਇਸ ਗੱਲ ਦੀ ਸੋਝੀ ਹੈ ਕਿ ਆਪ ਜੀ ਦੇ ਭਾਣੇ ਦੇ ਵਿੱਚ ਹੋ ਰਿਹਾ ਹੈ। ਜੋ ਹੈ ਉਹ ਆਪ ਜੀ ਦਾ ਹੀ ਰੂਪ ਹੈ। ਆਪ ਜੀ ਤੋਂ ਬਿਨਾਂ ਹੋਰ ਕੁਝ ਵੀ ਦਿਖਾਈ ਨਹੀਂ ਦਿੰਦਾ ਉਹਨਾਂ ਨੂੰ। ਗੁਣ ਨਿਧਾਨ, ਤੁਸੀਂ ਸਭ ਤੋਂ ਸੋਹਣੇ ਹੋ। ਆਪ ਜੀ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਤੁਸੀਂ ਗੁਣਾਂ ਦੇ ਖਜ਼ਾਨੇ ਹੋ। ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਹੇ ਜਨ, ਉਸ ਪਰਮਾਤਮਾ ਨੂੰ ਸਿਮਰ ਜੋ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੋ ਸਕਦਾ ਹੈ। ਜਿਨ ਜਪਿਆ ਤਿਸ ਕੋ ਬਲਿਹਾਰ, ਜਿਨ੍ਹਾਂ ਨੇ ਜਪਿਆ ਕਹਿੰਦੇ ਉਹਨਾਂ ਤੋਂ ਬਲਿਹਾਰੇ ਜਾਣਾ ਚਾਹੀਦਾ ਹੈ, ਕਿਉਂਕਿ ਤਿਸ ਕੈ ਸੰਗ ਤਰੈ ਸੰਸਾਰ। ਉਹਨਾਂ ਦੇ ਨਾਲ ਸੰਸਾਰ ਤਰਦਾ ਹੈ, ਉਹਨਾਂ ਤੋਂ ਜੀਵਨ ਸੇਧ ਲੈਂਦਾ ਹੈ। ਇਸ ਕਰਕੇ ਬਲਿਹਾਰੇ ਜਾਇਆ ਕਰੀਏ। ਕਹੋ ਨਾਨਕ ਪ੍ਰਭ ਲੋਚਾ ਪੂਰ, ਕਹਿੰਦੇ ਹੇ ਨਾਨਕ ਆਖਣਾ ਕਰ ਕਿ ਹੇ ਪ੍ਰਭੂ ਜੀ, ਇਹ ਆਖਣਾ ਕਰ ਕਿ ਹੇ ਪ੍ਰਭੂ ਜੀ ਤੁਸੀਂ ਮੇਰੀ ਇੱਛਾ ਲੋਚਾ ਪੂਰੀਆਂ ਕਰੋ। ਕਿਹੜੀ ਇੱਛਾ? ਸੰਤ ਜਨਾਂ ਕੀ ਬਾਂਛੋਂ ਧੂਰ। ਆਪ ਜੀ ਦੇ ਜੋ ਸੰਤ ਜਨ ਹਨ, ਰੱਬ ਦੇ ਪਿਆਰੇ ਹਨ, ਜੋ ਬਾਬਾ ਦੀਪ ਸਿੰਘ ਜੀ ਵਰਗੇ ਰੱਬ ਦੇ ਨਾਲ ਜੋੜਨ ਵਾਲੇ। ਆਪ ਵੀ ਬਾਬਾ ਮਨੀ ਸਿੰਘ ਜੀ, ਭਾਈ ਮਨੀ ਸਿੰਘ ਜੀ ਤੋਂ ਸਿੱਖਿਆ ਲਈ, ਜਿਨ੍ਹਾਂ ਨੇ ਬਾਣੀ ਦੀ ਸੰਥਿਆ ਲਈ ਬਾਬਾ ਦੀਪ ਸਿੰਘ ਜੀ ਨੇ, ਤੇ ਫਿਰ ਆਪ ਸਿੰਘਾਂ ਨੂੰ ਸੰਥਿਆ ਦਿਆ ਕਰਦੇ ਸਨ, ਕਲਾਸਾਂ ਲਗਾਇਆ ਕਰਦੇ ਸਨ, ਪਾਠ ਸਿਖਾਇਆ ਵੀ ਕਰਦੇ ਸਨ, ਜਿੱਥੇ ਲਿਖਿਆ ਕਰਦੇ ਸਨ ਬਾਬਾ ਦੀਪ ਸਿੰਘ ਜੀ। ਕਹਿੰਦੇ ਇਹੋ ਜਿਹੇ ਸੰਤ ਜਨਾਂ ਕੀ ਬਾਂਛੋਂ ਧੂਰ ਮੇਰਾ ਮਨ ਸਦਾ ਹੀ ਉਹਨਾਂ ਦੇ ਚਰਨ ਧੂੜ ਦੀ ਇੱਛਾ ਕਰਦਾ ਰਵੇ। ਬਾਂਛੋਂ ਦਾ ਭਾਵ ਇੱਛਾ ਕਰਨਾ, ਕਿਉਂਕਿ ਤੁਹਾਡੇ ਤੋਂ ਬਿਨਾਂ ਕੋਈ ਹੋਰ ਨਹੀਂ। ਤੇ ਜੋ ਸੰਤ ਜਨ ਹਨ ਉਹ ਆਪ ਜੀ ਦੇ ਨਾਲ ਜੋੜਦੇ ਹਨ। ਜੋ ਤੁਸੀਂ ਕਰਦੇ ਹੋ ਉਹ ਸਭ ਕੁਝ ਹੁੰਦਾ ਹੈ। ਸਾਨੂੰ ਇਹ ਗੱਲ ਸਮਝ ਆ ਜਾਵੇ ਕਿ ਅਸੀਂ ਕੁਝ ਵੀ ਕਰਨ ਵਾਲੇ ਨਹੀਂ। ਤੁਧ ਬਿੰਦੂ ਜਾਣਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਇਹ ਗੱਲ ਸਾਨੂੰ ਸਮਝ ਆ ਜਾਵੇ ਤਾਂ ਕਿ ਸਾਡੇ ਵੀ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ ਵਾਲੀ ਅਵਸਥਾ ਹੋ ਸਕੇ।